हेलो डियर स्टूडेंट्स, वेलकम टू ऑनलाइन क्लास। ਅੱਜ ਆਪਾਂ ਕਰ ਰਹੇ ਹਾਂ 8ਵੀਂ ਕਲਾਸ ਦਾ ਪਾਠ ਨੰਬਰ 17 ਰੁੱਖ। ਇੱਕ ਕਵਿਤਾ ਹੈ। ਪਹਿਲਾਂ ਆਪਾਂ ਕਰਾਂਗੇ ਦੀ ਪ੍ਰਸੰਗ ਸਹਿਤ ਵਿਆਖਿਆ ਤੇ ਫਿਰ ਆਪਾਂ ਇਹਦਾ ਵੇਖਾਂਗੇ ਸਾਰ, ਫਿਰ ਪ੍ਰਸ਼ਨ ਉੱਤਰ। ਕਵਿਤਾ ਦਾ ਨਾਮ ਹੈ ਰੁੱਖ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ। ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗਾ ਚੂਰੀ ਪਾਵਣ ਕਾਵਾਂ। ਤਾਂ ਪਹਿਲਾਂ ਕਰਾਂਗੇ ਪ੍ਰਸੰਗ। ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਕਵਿਤਾ ਦਾ ਨਾਮ ਹੈ ਰੁੱਖ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਦੇ ਕਵੀ ਜਾਂ ਰਚਨਾਕਾਰ ਸ਼ਿਵ ਕੁਮਾਰ ਬਟਾਲਵੀ ਹਨ। ਕਵੀ ਨੇ ਆਪਣੇ ਪਰਿਵਾਰ ਦੇ ਰਾਹੀਂ ਕੁਦਰਤ ਦੇ ਪ੍ਰੇਮ ਨੂੰ ਦੱਸਿਆ ਹੈ। ਵਿਆਖਿਆ। ਕਵੀ ਕਹਿੰਦਾ ਹੈ ਕਿ ਜੋ ਛੋਟੇ ਛੋਟੇ ਰੁੱਖ ਹਨ ਉਹ ਮੈਨੂੰ ਆਪਣੇ ਪੁੱਤਾਂ ਵਾਂਗ ਲੱਗਦੇ ਹਨ ਅਤੇ ਗਹਿਰੀਆਂ ਛਾਵਾਂ ਵਾਲੇ ਜਿਹੜੇ ਰੁੱਖ ਹੈ ਉਹ ਮਾਂ ਵਾਂਗੂ ਲੱਗਦੇ ਹਨ। ਜਿਹੜੇ ਰੁੱਖ ਤੇ ਬਹਾਰ ਆਈ ਹੋਈ ਹੈ ਉਹ ਨੂੰਹਾਂ ਧੀਆਂ ਵਰਗੇ ਲੱਗਦੇ ਹਨ ਤੇ ਵੱਡੇ ਰੁੱਖ ਭਰਾਵਾਂ ਵਾਂਗ ਲੱਗਦੇ ਹਨ। ਜਿਨ੍ਹਾਂ ਰੁੱਖਾਂ ਤੇ ਕੋਈ ਪੱਤਾ ਹੈ ਤੇ ਉਹ ਮੇਰੇ ਬਾਬੇ ਵਾਂਗ ਲੱਗਦੇ ਹਨ। ਜਿਹੜੇ ਰੁੱਖ ਫਲਾਂ ਨਾਲ ਭਰੇ ਹੋਏ ਨੇ ਉਹ ਮੈਨੂੰ ਮੇਰੀ ਦਾਦੀ ਵਾਂਗ ਲੱਗਦੇ ਹਨ, ਜਿਹੜੀ ਕਾਵਾਂ ਨੂੰ ਚੂਰੀ ਕੁੱਟ ਕੇ ਪਾਉਂਦੀ ਹੁੰਦੀ ਸੀ। ਤਾਂ ਇਹ ਸੀ ਆਪਣੀ ਪਹਿਲੀ ਜਿਹੜੇ ਕਾਵਿ ਸਤਰਾਂ ਜਿਨ੍ਹਾਂ ਦੀ ਪ੍ਰਸੰਗ ਸਹਿਤ ਵਿਆਖਿਆ ਕੀਤੀ। ਹੁਣ ਨੇ ਦੂਜੀ। ਕੁਝ ਰੁੱਖ ਜਦ ਵੀ ਰਲ ਕੇ ਝੂਮਣ, ਤੇਜ ਵਗਣ ਜਦ ਵਾਵਾਂ, ਸਾਵੀਂ ਬੋਲੀ ਸਭ ਰੁੱਖਾਂ ਦੀ, ਦਿਲ ਨੂੰ ਕਰਦਾ ਲਿਖ ਜਾਵਾਂ। ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾਂ। ਜੇ ਤੁਸੀਂ ਮੇਰਾ ਗੀਤ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ। ਕੁਝ ਤਾਂ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਛਾਵਾਂ। ਪ੍ਰਸੰਗ ਆਪਣਾ ਉਹੀ ਰਹੂਗਾ। ਹੁਣ ਆਪਾਂ ਕਰਾਂਗੇ ਜਿਹੜਾ ਵਿਆਖਿਆ। ਪ੍ਰਸੰਗ ਦੀ ਲਾਸਟ ਲਾਈਨ ਹੈ ਉਹ ਬਦਲ ਜੂਗੀ, ਸ਼ੁਰੂਆਤੀਆਂ ਪੰਕਤੀਆਂ ਜਿਹੜੀਆਂ 17 ਹੈ ਉਹ ਨਹੀਂ ਬਦਲਣਗੀਆਂ। ਕਵੀ ਕੁਦਰਤ ਦੇ ਨਜ਼ਾਰੇ ਨੂੰ ਜਾਂ ਕੁਦਰਤ ਨੂੰ ਪੇਸ਼ ਕਰਦਾ ਹੋਇਆ ਉਹ ਖੁਦ ਨੂੰ ਰੁੱਖ ਦੀ ਜੂਨ ਭਾਵ ਉਹ ਰੁੱਖ ਬਣ ਕੇ ਜਨਮ ਲੈਣਾ ਚਾਹੁੰਦਾ ਹੈ, ਰੁੱਖ ਦੀ ਜੂਨੇ ਆਉਣਾ ਚਾਹੁੰਦਾ ਹੈ। ਕਵੀ ਕਹਿੰਦਾ ਹੈ ਕਿ ਜਦੋਂ ਤੇਜ਼ ਹਵਾਵਾਂ ਵਗਦੀਆਂ ਹਨ ਤਾਂ ਰੁੱਖ ਇਕੱਠੇ ਹੋ ਕੇ ਝੂਮਣ ਲੱਗਦੇ ਆ, ਭਾਵ ਹਿੱਲਦੇ ਡੁੱਲਦੇ ਹੈ। ਸਾਰੇ ਰੁੱਖਾਂ ਦੀ ਬੋਲੀ ਬੜੀ ਪਿਆਰੀ ਤੇ ਸਮਾਨ ਹੈ। ਮੇਰਾ ਦਿਲ ਕਰਦਾ ਹੈ ਕਿ ਇਹਨਾਂ ਤੇ ਕਵਿਤਾ ਲਿਖਾਂ। ਕਵੀ ਖੁਦ ਵੀ ਰੁੱਖਾਂ ਦੀ ਜੂਨ ਆਉਣਾ ਚਾਹੁੰਦਾ ਹੈ। ਜੇਕਰ ਮੇਰਾ ਗੀਤ ਵੀ ਸੁਣਨਾ ਹੈ ਤਾਂ ਮੈਂ ਰੁੱਖਾਂ ਵਿੱਚ ਗਾ ਰਿਹਾ ਹਾਂ। ਰੁੱਖ ਤਾਂ ਮੈਨੂੰ ਮੇਰੀ ਮਾਂ ਵਰਗੇ ਜਾਪਦੇ ਹਨ। ਇਹਨਾਂ ਦੀਆਂ ਛਾਵਾਂ ਸਦਾ ਥਿਰ ਬਣੀਆਂ ਰਹਿਣ। ਰੁੱਖ ਕਵਿਤਾ ਦੇ ਰਚਨਾਕਾਰ ਸ਼ਿਵ ਕੁਮਾਰ ਬਟਾਲਵੀ ਰੁੱਖ ਦੀ ਮਹੱਤਤਾ ਦੱਸਦਾ ਹੈ। ਕਵੀ ਕਹਿੰਦਾ ਹੈ ਕਿ ਕੁਝ ਮੈਨੂੰ ਪੁੱਤਾਂ ਵਰਗੇ ਲੱਗਦੇ ਹਨ ਅਤੇ ਕੁਝ ਮਾਵਾਂ ਵਾਂਗ, ਕੁਝ ਮੈਨੂੰ ਮੇਰੇ ਭਰਾਵਾਂ ਵਾਂਗ ਲੱਗਦੇ ਹਨ। ਜਿਨ੍ਹਾਂ ਰੁੱਖਾਂ ਤੇ ਕੋਈ ਪੱਤਾ ਦਿਖ ਰਿਹਾ ਹੈ ਉਹ ਮੈਨੂੰ ਮੇਰੇ ਬੇਬੇ ਵਾਂਗੂ ਲੱਗਦੇ ਹਨ, ਜਿਹੜੇ ਰੁੱਖ ਫਲਾਂ ਨਾਲ ਭਰੇ ਹੋਏ ਤੇ ਮੇਰੀ ਦਾਦੀ ਵਾਂਗ ਲੱਗਦੇ ਹਨ।
ਜਿਹੜੀ ਕਾਵਾਂ ਨੂੰ ਚੂਰੀ ਕੁੱਟ-ਕੁੱਟ ਕੇ ਪਾਉਂਦੀ ਸੀ। ਜਦੋਂ ਤੇਜ਼ ਹਵਾਵਾਂ ਵਗਦੀਆਂ ਹਨ ਤਾਂ ਸਾਰੇ ਰੁੱਖ ਇਕੱਠੇ ਝੂਮਦੇ ਹਨ। ਸਭ ਰੁੱਖਾਂ ਦੀ ਬੋਲੀ ਇੱਕ ਸਮਾਨ ਹੈ। ਮੇਰਾ ਦਿਲ ਕਰਦਾ ਹੈ ਕਿ ਇਹਨਾਂ ਉੱਤੇ ਇੱਕ ਕਵਿਤਾ ਲਿਖਾਂ। ਕਵੀ ਖੁਦ ਨੂੰ ਰੁੱਖ ਦੀ ਜੂਨ ਵਿੱਚ ਆਉਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਜੇ ਤੁਸੀਂ ਮੇਰਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਮੈਂ ਰੁੱਖਾਂ ਵਿੱਚ ਗਾਉਂਦਾ ਹਾਂ। ਰੁੱਖ ਤਾਂ ਮੈਨੂੰ ਮੇਰੀ ਮਾਂ ਵਰਗੇ ਲੱਗਦੇ ਹਨ। ਇਹਨਾਂ ਦੀਆਂ ਛਾਵਾਂ ਸਦਾ ਜਿਉਂਦੀਆਂ ਰਹਿਣ, ਭਾਵ ਇਹ ਹਮੇਸ਼ਾ ਲਈ ਬਣੀਆਂ ਰਹਿਣ। ਅੱਗੇ ਹੈ ਅਭਿਆਸ ਪ੍ਰਸ਼ਨ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1, 2 ਜਾਂ ਸ਼ਬਦਾਂ ਵਿੱਚ ਦੇਣੇ ਹੈ। ਰੁੱਖ ਕਵਿਤਾ ਦੇ ਕਵੀ ਕੌਣ ਹਨ? ਰੁੱਖ ਕਵਿਤਾ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਹਨ। ਪਹਿਲੀਆਂ 2 ਸਤਰਾਂ ਵਿੱਚ ਕਿਸ ਕਿਸ ਦੇ ਰਿਸ਼ਤੇ ਦਾ ਜ਼ਿਕਰ ਆਇਆ ਹੈ? ਪਹਿਲੀਆਂ 2 ਸਤਰਾਂ ਦੇ ਵਿੱਚ ਪੁੱਤ ਤੇ ਮਾਂ ਦੇ ਰਿਸ਼ਤੇ ਦਾ ਜ਼ਿਕਰ ਆਇਆ ਹੈ। ਕਵਿਤਾ ਅਨੁਸਾਰ ਚੂਰੀ ਕਿਸ ਪੰਛੀ ਨੂੰ ਪਾਈ ਜਾਂਦੀ ਹੈ? ਕਾਂ। ਕਵੀ ਕਿਸ ਜੂਨ ਵਿੱਚ ਆਉਣਾ ਚਾਹੁੰਦਾ ਹੈ? ਰੁੱਖ ਦੀ। ਕਵੀ ਇਹਨਾਂ ਵਿੱਚ ਗਾਉਣਾ ਚਾਹੁੰਦਾ ਹੈ। ਕਿਹਨਾਂ ਵਿੱਚ ਗਾਉਣਾ ਚਾਹੁੰਦਾ ਹੈ? ਕਵੀ ਰੁੱਖਾਂ ਵਿੱਚ ਗਾਉਣਾ ਚਾਹੁੰਦਾ ਹੈ। ਕੁਝ ਰੁੱਖ ਮੇਰੀ ਦਾਦੀ ਵਾਂਗ ਚੂਰੀ ਪਾਵਣ ਕਾਵਾਂ। ਕੁਝ ਰੁੱਖ ਮੇਰੇ ਦਿਲ ਕਰਦਾ ਏ ਚੁੰਮਾਂ ਤੇ ਗਲ ਲਾਵਾਂ। ਚੁੰਮਾਂ ਤੇ ਮਰ ਜਾਵਾਂ। ਸਾਵੀਂ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾਂ। ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਛਾਵਾਂ। ਇਹ ਸਨ ਆਪਣੇ ਖਾਲੀ ਥਾਂ। ਹੁਣ ਆਪਾਂ ਕਰਾਂਗੇ ਅੱਗੇ ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲਨੇ ਹੈ। ਪੁੱਤ ਦਾ ਧੀ, ਦਾਦੀ ਦਾ ਦਾਦਾ, ਕਾਉਣੀ, ਨੂੰਹਾਂ ਪੁੱਤਰਾਂ, ਮਾਂ ਪਿਓ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਰੁੱਖ। ਕਈ ਰੁੱਖ ਮੈਨੂੰ ਮੇਰੀ ਮਾਂ ਵਰਗੇ ਲੱਗਦੇ ਹਨ। ਚੂਰੀ। ਦਾਦੀ ਕਾਵਾਂ ਨੂੰ ਚੂਰੀ ਕੁੱਟ-ਕੁੱਟ ਪਾਉਂਦੀ ਸੀ। ਤੇਜ਼। ਜਦੋਂ ਹਵਾ ਤੇਜ਼ ਚੱਲਦੀ ਹੈ ਸਾਰੇ ਰੁੱਖ ਝੂਮਣ ਲੱਗ ਪੈਂਦੇ ਹਨ। ਜੂਨ। ਕਵੀ ਰੁੱਖ ਦੀ ਜੂਨ ਵਿੱਚ ਆਉਣਾ ਚਾਹੁੰਦਾ ਹੈ। ਛਾਵਾਂ। ਰੁੱਖਾਂ ਦੀਆਂ ਛਾਵਾਂ ਠੰਡੀਆਂ ਹੁੰਦੀਆਂ ਹਨ। ਜੂਨ। ਤੇਜ਼। ਤੀਜਾ ਹੈ ਤੇਜ਼। ਜਦੋਂ ਹਵਾ ਤੇਜ਼ ਚੱਲਦੀ ਹੈ ਤਾਂ ਸਾਰੇ ਰੁੱਖ ਝੂਮਣ ਲੱਗਦੇ ਹਨ। ਜੂਨ। ਕਵੀ ਲਿਖਦਾ ਹੈ ਕਵੀ ਰੁੱਖਾਂ ਦੀ ਜੂਨ ਵਿੱਚ ਆਉਣਾ ਚਾਹੁੰਦਾ ਹੈ। ਛਾਵਾਂ। ਰੁੱਖਾਂ ਦੀਆਂ ਛਾਵਾਂ ਠੰਡੀਆਂ ਹੁੰਦੀਆਂ ਹਨ। ਅੱਗੇ ਹਨ ਇੱਕੋ ਜਿਹੇ ਲੈਅ ਵਾਲੇ ਹੋਰ ਸ਼ਬਦ ਲਿਖੋ। ਟਾਵਾਂ, ਕਾਵਾਂ, ਬੇਬੇ, ਛਾਬੇ, ਯਾਰਾਂ, ਕਾਰਾਂ, ਬੇਲੀ, ਟੋਲੀ, ਮਾਂ, ਕਾਂ, ਦਾਦੀ, ਖਾਦੀ, ਗਾਵਾਂ, ਕਾਵਾਂ, ਰੁੱਖ ਤੇ ਸੁੱਖ। ਹੇਠ ਲਿਖੀਆਂ ਸਤਰਾਂ ਵਿੱਚੋਂ ਕਿਰਿਆ ਸ਼ਬਦ ਚੁਣੋ। ਕਿਰਿਆ ਕਿਸ ਨੂੰ ਕਹਿੰਦੇ ਹੈ? ਕਿਸੇ ਕੰਮ ਦਾ ਹੋਣਾ, ਕਰਨਾ ਕੀ ਕਹਿਲਾਉਂਦਾ ਹੈ? ਕਿਰਿਆ। ਜਿਵੇਂ ਜੇ ਤੁਸੀਂ ਮੇਰਾ ਗੀਤ ਸੁਣਨਾ, ਬੋਲਣਾ, ਲਿਖਣਾ, ਇਹ ਸਾਰੇ ਕੀ ਹੈ? ਕਿਰਿਆਵਾਂ ਹੈ। ਸੁਣਨਾ ਕੀ ਆ ਗਈ? ਕਿਰਿਆ। ਤੇਜ਼ ਵਗਣ ਜਦ ਵਾਵਾਂ। ਵਗਣਾ ਭਾਵ ਚੱਲਣਾ, ਵਗਣਾ। ਚੁੰਮਾਂ ਤੇ ਮਰ ਜਾਵਾਂ, ਜਾਣਾ ਭਾਵ ਫਿਰ ਹੈ। ਕੁਝ ਰੁੱਖ ਜਦ ਵੀ ਰਲ ਕੇ ਝੂਮਣ ਭਾਵ ਲਹਿਰਾਉਣ, ਕਿਰਿਆ ਹੈ। ਰੁੱਖ ਦੀ ਜੂਨੇ ਆਵਾਂ, ਆਉਣਾ, ਜਾਣਾ, ਇਹ ਕੀ ਹੈ? ਕਿਰਿਆ ਹਨ। ਤਾਂ ਇਹ ਸੀ ਆਪਣਾ ਅੱਜ ਦਾ 17ਵਾਂ ਪਾਠ ਰੁੱਖ।
ਜੋ ਕਿ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਸੀ, ਜਿਸ ਵਿੱਚ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਅਤੇ ਪ੍ਰਸ਼ਨ ਉੱਤਰ ਕਰਨੇ ਹੈ। ਸਾਰ ਨਹੀਂ ਲਿਖਣਾ, ਸਾਰ ਨੂੰ ਸਿਰਫ ਸੁਣਨਾ ਹੀ ਹੈ, ਬਾਕੀ ਸਾਰੇ ਪ੍ਰਸ਼ਨ ਉੱਤਰ ਤੁਸੀਂ ਲਿਖਣੇ ਹਨ। ਧੰਨਵਾਦ।